पंजाबी साहित्य चैनल ते सारिਆਂ ਦਾ स्वागत है। पिछली वीडियो विच शेरनिया कहानी कुलवंत सिंह विरक दी जो कि 11वीं क्लास कथा कहानी पुस्तक विच दर्ज है। शेरनिया कहानी का सार किता सी। अज शेरनिया कहानी दे जो इंपोर्टेंट प्रश्न उत्तर करांगे। रात के हनेरे विच पार्क का दृश्य किहो जिहा सी। लेखक जदों रात नूं पार्क विच टहलण गया तां उत्थों दा दृश्य किहो जिहा सी ये पुछया है। रात के हनेरे विच पार्क दे कंढे ते सड़कां उत्ते बत्तियां जग रहीआं सन, पर रोशनी इन्नी कु सी जिन्नी कु 8 कु दिनां दे चंद्रमा दी होवे। यह रोशनी भी एकसार नहीं सी। सड़कों के किनारे उगे दरख्तां दे लम्मे परछावें पार्क विच पै रहे सन जो कि उस थां हनेरा कर रहे सन। रात हनेरी सी, आकाश विच तारे भी चमक रहे सन। दरख्त हेठ खड़ियां कुड़ियां नूं वेख के लेखक ने की सोचा। दरख्त हेठ खड़ियां कुड़ियां नूं वेख के लेखक ने सोचा कि इस समय रात समय जो यह की कर रही हन। सारे लोग अपने अपने घरां विच सौण दीआं तैयारियां कर रहे सन, तां फिर ये कुड़ियां इत्थे की कर रही हन। लेखक नूं जापिया कि ये कुड़ियां आचरणहीन हन, किसे थां ते इस थां ते किसे दा इंतजार कर रही हन। लेखक ने उन्हां दा पिछा करन दा सोचिया क्योंकि उसनूं उन्हां दे आचरण ते शक सी। पर फिर की होया। पर लेखक ने यह विचार त्याग दिता क्योंकि जे यह किसी होटल या किसी घर चलिया गईयां तां मैं बाहर ही खलोता रह जावांगा। यह सोच के लेखक ने उन्हां पिछे जाण दा जो मन बनाया सी ओह त्याग दिता। कुड़ियां कौन सन? पार्क विच की कर रही सन? कुड़ियां मॉडल टाउन दियां रहण वालियां सन। ओह दूर किसे पिंड वालियां सन अते पिंडां विच ओह अध्यापक लगियां होईयां सन। उन्हां दा नां सरोज अते वीना सी। ओह पार्क विच साइकिल चलाउणा सिख रहीआं सन। ओह कहाणीकार दी पत्नी दियां वाकफ जाणकार सन। कुड़ियां साइकिल क्यों सिख रहीआं सन? कुड़ियां नूं साइकिल चलाउण दा चाह नहीं सी, बल्कि उन्हां दी लोड़ सी, मजबूरी सी। ओह ਜਿਹੜੇ ਸਕੂਲ ਪੜ੍ਹਾਉਣ ਜਾਂਦੀਆਂ ਸਨ ਉਹ ਸੜਕ ਤੋਂ ਮੀਲ ਕੁ ਦੂਰ ਸੀ। ਰਸਤਾ ਖੇਤਾਂ ਵਿੱਚੋਂ ਜਾਂਦਾ ਸੀ। ਹਰ ਪਾਸੇ ਉਜਾੜ ਸੀ। ਉਹਨਾਂ ਦਾ ਇਹ ਵਿਚਾਰ ਸੀ ਕਿ ਸਾਈਕਲ 'ਤੇ ਡਰ ਘੱਟ ਲੱਗਦਾ ਹੈ। ਉਹ ਇਸ ਤਰ੍ਹਾਂ ਦੇ ਵੇਲੇ ਰਸਤੇ ਨੂੰ ਸਾਈਕਲ ਰਾਹੀਂ ਜਲਦੀ ਤੈਅ ਕਰਨ ਲਈ ਸਾਈਕਲ ਸਿੱਖ ਰਹੀਆਂ ਸਨ। ਨੌਕਰੀਆਂ ਕਰਨ ਵਾਲੀਆਂ ਕੁੜੀਆਂ ਬਾਰੇ ਲੋਕ ਕੀ ਸੋਚਦੇ ਹਨ? ਨੌਕਰੀਆਂ ਕਰਨ ਵਾਲੀਆਂ ਕੁੜੀਆਂ ਹਨੇਰੇ ਸਵੇਰੇ ਕੰਮ 'ਤੇ ਜਾਂਦੀਆਂ ਹਨ ਅਤੇ ਉਹਨਾਂ ਨੂੰ ਵੇਖ ਕੇ ਲੋਕ ਉਹਨਾਂ ਦੇ ਆਚਰਣ 'ਤੇ ਸ਼ੱਕ ਕਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਤੋਹਮਤਾਂ ਲਾਉਂਦੇ ਹਨ। ਜੇ ਉਸਨੂੰ ਆਪਣੀ ਡਿਊਟੀ ਤੋਂ ਵੇਲਾ ਕੁਵੇਲਾ ਹੋ ਜਾਵੇ ਤਾਂ ਲੋਕ ਭੈੜੇ ਸਮਝਦੇ ਹਨ ਕਿ ਇਹ ਕਿਸੇ ਨੂੰ ਮਿਲ ਕੇ ਆਈ ਹੈ ਅਤੇ ਉਹਨਾਂ ਨੂੰ ਲੋਕਾਂ ਦੀਆਂ ਤੋਹਮਤਾਂ ਵੀ ਸਹਿਣੀਆਂ ਪੈਂਦੀਆਂ ਹਨ। ਤਾਂ ਇਹਨਾਂ ਨੂੰ ਜੋ ਲੇਖਕ ਹੈ ਸ਼ੇਰਨੀਆ ਆਖਦਾ ਹੈ। ਇਹ ਕਹਾਣੀ ਦਾ ਸਿਰਲੇਖ ਕਿੱਥੇ ਢੁਕਵਾਂ ਹੈ? ਕਹਾਣੀ ਦੇ ਆਧਾਰ ਉੱਤੇ ਦਲੀਲਾਂ ਦੇ ਕੇ ਸਮਝਾਓ। ਜੋ ਸ਼ੇਰਨੀਆ ਕਹਾਣੀ ਵਿੱਚੋਂ ਸਾਡੇ ਸਮਾਜ ਦੀ ਤੰਗ ਦਿਲੀ ਅਤੇ ਛੋਟੀ ਸੋਚ ਦਾ ਪਤਾ ਚੱਲਦਾ ਹੈ। ਜੇਕਰ ਕੋਈ ਕੁੜੀ ਨੌਕਰੀ ਕਰਦੀ ਹੈ ਤਾਂ ਉਸ ਉੱਪਰ ਟਿੱਪਣੀਆਂ ਕੱਸਦੇ ਹਨ। ਇਸ ਕਰਕੇ ਕੇਵਲ ਉਹ ਕੁੜੀਆਂ ਦੀ ਨੌਕਰੀ ਕਰ ਸਕਦੀ ਹੈ, ਉਹ ਕੁੜੀ ਹੀ ਨੌਕਰੀ ਕਰ ਸਕਦੀ ਹੈ ਜੋ ਕਿ ਇੱਕ ਸ਼ੇਰਨੀ ਵਾਂਗ ਡਟ ਕੇ ਰਹਿ ਸਕਦੀ ਹੋਵੇ, ਕਿਉਂਕਿ ਸਮਾਜ ਵਿੱਚ ਹਰ ਕਿਸੇ ਦੇ ਵਿਚਾਰ ਇੱਕੋ ਜਿਹੇ ਨਹੀਂ ਹੋ ਸਕਦੇ। ਕੁੜੀਆਂ ਨੂੰ ਸਮਾਜ ਹਮੇਸ਼ਾ ਛੋਟੀ ਸੋਚ ਨਾਲ ਹੀ ਵੇਖਦਾ ਹੈ।
ਇਸ ਕਰਕੇ ਆਖ ਸਕਦੇ ਹਾਂ ਕਿ ਕਹਾਣੀ ਦਾ ਜੋ ਸਿਰਲੇਖ ਹੈ ਉਹ ਬਹੁਤ ਹੀ ਢੁਕਵਾਂ ਹੈ। ਹੋਰ ਪ੍ਰਸ਼ਨ ਇਸ ਤਰ੍ਹਾਂ ਹਨ। ਸ਼ਿਰਨੀਆਂ ਕਹਾਣੀ ਸਾਡੇ ਸਮਾਜ ਦੀ ਭੈੜੀ ਸੋਚ ਦਾ ਲੇਖਾ ਜੋਖਾ ਹੈ। ਕੁੜੀਆਂ ਲਈ ਨੌਕਰੀ ਕਰਨਾ ਉਹਨਾਂ ਦਾ ਸ਼ੌਂਕ ਨਹੀਂ, ਮਜਬੂਰੀ ਹੈ। ਨੌਕਰੀ 'ਤੇ ਜਾਣ ਵਾਸਤੇ ਕਿਸੇ ਸਾਧਨ ਦੀ ਵੀ ਵਰਤੋਂ ਕਰਨੀ ਪੈਂਦੀ ਹੈ। ਇਹ ਸਭ ਕੰਮ ਕਰਦੇ ਵੇਖ ਜੋ ਸਾਡਾ ਸਮਾਜ ਹੈ ਉਹ ਉਹਨਾਂ ਉੱਪਰ ਤੋਹਮਤਾਂ ਲਾਉਂਦਾ ਹੈ ਅਤੇ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ। ਇਸ ਕਰਕੇ ਅਸੀਂ ਆਖ ਸਕਦੇ ਹਾਂ ਕਿ ਇਹ ਕਹਾਣੀ ਸਾਡੇ ਸਮਾਜ ਦੀ ਭੈੜੀ ਸੋਚ ਦਾ ਲੇਖਾ ਜੋਖਾ ਹੈ। ਸ਼ਿਰਨੀਆਂ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਸੰਦੇਸ਼ ਦੇਣਾ ਚਾਹੁੰਦਾ ਹੈ। ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਇਸ ਕਹਾਣੀ ਰਾਹੀਂ ਕੁਲਵੰਤ ਸਿੰਘ ਵਿਰਕ? ਸ਼ਿਰਨੀਆਂ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਇੱਕ ਸੁੰਦਰ ਕਹਾਣੀ ਹੈ। ਇਸ ਵਿੱਚ ਕਹਾਣੀਕਾਰ ਸਾਈਕਲ ਸਿੱਖ ਰਹੀਆਂ ਕੁੜੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਮੈਨੂੰ ਇਹਨਾਂ ਕੁੜੀਆਂ ਦੇ ਚਰਿੱਤਰ 'ਤੇ ਸ਼ੱਕ ਹੋਇਆ ਕਿਉਂਕਿ ਉਹ ਰਾਤ ਸਮੇਂ ਪਾਰਕ ਵਿੱਚ ਕੀ ਕਰ ਰਹੀਆਂ ਸਨ। ਉਸ ਨੂੰ ਲੱਗਿਆ ਕਿ ਉਹ ਕਿਸੇ ਦਾ ਇੰਤਜ਼ਾਰ ਕਰ ਰਹੀਆਂ ਹਨ, ਪਰ ਲੇਖਕ ਦਾ ਇਹ ਵਿਚਾਰ ਤਰਕਸੰਗਤ ਨਹੀਂ ਸੀ। ਸ਼ਿਰਨੀਆਂ ਕਹਾਣੀ ਵਿੱਚ ਸ਼ੇਰਨੀਆਂ ਕੌਣ ਸਨ? ਸ਼ਿਰਨੀਆਂ ਕਹਾਣੀ ਵਿੱਚ ਵੀਨਾ ਅਤੇ ਸਰੋਜ ਨਾਂ ਦੀਆਂ ਦੋ ਕੁੜੀਆਂ ਸਨ ਜੋ ਕਿ ਸਰਕਾਰੀ ਨੌਕਰੀ ਵਜੋਂ ਅਧਿਆਪਕ ਸਨ। ਉਹ ਹਰ ਰੋਜ਼ ਸਾਈਕਲ 'ਤੇ ਆਪਣੀ ਡਿਊਟੀ ਕਰਨ ਲਈ ਜਾਂਦੀਆਂ ਸਨ। ਇਸ ਕਰਕੇ ਲੋਕ ਉਹਨਾਂ ਦੇ ਆਉਣ ਜਾਣ ਸਮੇਂ ਉਹਨਾਂ ਉੱਤੇ ਤੋਹਮਤਾਂ ਲਾਉਂਦੇ ਸਨ, ਦੋਸ਼ ਲਾਉਂਦੇ ਸਨ। ਪਰ ਉਹ ਕੁੜੀਆਂ ਅਸਲੀਅਤ ਵਿੱਚ ਸ਼ੇਰਨੀਆਂ ਬਣ ਕੇ ਆਪਣੀ ਮਜਬੂਰੀ ਵਿੱਚ ਡਿਊਟੀ ਕਰਦੀਆਂ ਹੋਈਆਂ ਲੋਕਾਂ ਦੀਆਂ ਗੱਲਾਂ ਬਰਦਾਸ਼ਤ ਕਰਦੀਆਂ ਹਨ। ਸਾਡਾ ਸਮਾਜ ਇਹਨਾਂ ਨੂੰ ਭੈੜੀ ਨਜ਼ਰ ਨਾਲ ਵੇਖਦਾ ਹੈ, ਪਰੰਤੂ ਇਹ ਕੁੜੀਆਂ ਜ਼ਿੰਮੇਵਾਰ ਨਾਗਰਿਕ ਹਨ। ਸ਼ਿਰਨੀਆਂ ਕਹਾਣੀ ਬਾਰੇ ਲੇਖਕ ਨੇ ਕੀ ਟਿੱਪਣੀ ਕੀਤੀ ਹੈ? ਸ਼ਿਰਨੀਆਂ ਕਹਾਣੀ ਬਾਰੇ ਲੇਖਕ ਨੇ ਆਪਣੇ ਲੇਖ ਵਿੱਚ ਕਿਹਾ ਕਿ ਕੰਮਾਂ ਕਾਰਾਂ ਵਿੱਚ ਲੱਗੀਆਂ ਕੁੜੀਆਂ ਸੰਬੰਧੀ ਅਨੇਕਾਂ ਅਨੁਭਵਾਂ ਤੋਂ ਉਪਜੀ ਇਹ ਕਹਾਣੀ ਹੈ। ਪਰੰਪਰਾਵਾਦੀ ਸਮਾਜ ਵਿੱਚ ਆਪਣੇ ਲਈ ਨਿਵੇਕਲੀ ਥਾਂ ਬਣਾਉਂਦੀਆਂ ਇਹਨਾਂ ਕੁੜੀਆਂ ਲਈ ਕਹਾਣੀਕਾਰ ਨੂੰ ਬਹਾਦਰੀ ਦੀ ਝਲਕ ਪਾਈ ਹੈ। ਪੁਰਾਣੀ ਸੋਚਣੀ ਮੁਤਾਬਿਕ ਕਹਾਣੀਕਾਰ ਨੂੰ ਪਹਿਲਾਂ ਤਾਂ ਇਹ ਅਨੁਭਵ ਹੋਇਆ ਕਿ ਸ਼ਾਇਦ ਇਹ ਕੁੜੀਆਂ ਕਿਸੇ ਮਾੜੇ ਕੰਮ ਵਿੱਚ ਰੁਚਿਤ ਹੋਣ, ਪਰ ਉਹਨਾਂ ਨੂੰ ਨਰੋਈ ਕਿਰਤ ਵਿੱਚ ਰੁੱਝੀਆਂ ਵੇਖ ਕੇ ਕਹਾਣੀਕਾਰ ਨੂੰ ਖੁਸ਼ੀ ਹੋਈ। ਨਵੇਂ ਭਾਰਤ ਵਿੱਚ ਕੰਮਾਂ ਕਿੱਤਿਆਂ ਰਾਹੀਂ ਰੋਜ਼ੀ ਰੋਟੀ ਕਮਾਉਣ ਵਾਲੀ ਇਸਤਰੀ ਜਾਤੀ ਪ੍ਰਤੀ ਇਹ ਕਹਾਣੀ ਸਮੁੱਚੀ ਸ਼ਰਧਾਂਜਲੀ ਪੇਸ਼ ਕਰਦੀ ਹੈ। ਸ਼ਿਰਨੀਆਂ ਕਹਾਣੀ ਦਾ ਪਲਾਟ ਕਿਹੋ ਜਿਹਾ ਹੈ? ਕੁਲਵੰਤ ਸਿੰਘ ਵਿਰਕ ਨੂੰ ਇਸ ਕਹਾਣੀ ਦਾ ਵਿਸ਼ਾ ਅਤੇ ਪਲਾਟ ਸ਼ਹਿਰੀ ਜੀਵਨ ਵਿੱਚੋਂ ਲਿਆ ਹੈ। ਇਸ ਕਹਾਣੀ ਵਿੱਚ ਲੇਖਕ ਨੇ ਘਟਨਾਵਾਂ ਨੂੰ ਬੜੀਆਂ ਤਰਤੀਬ ਨਾਲ ਜੋੜਿਆ ਹੈ, ਜਿਵੇਂ ਕਹਾਣੀਕਾਰ ਦਾ ਰਾਤ ਨੂੰ ਸੈਰ ਕਰਨ ਜਾਣਾ, ਪਾਰਕ ਵਿੱਚ ਰਾਤ ਦੇ ਹਨੇਰੇ ਵਿੱਚ ਸਾਈਕਲ ਲਈ ਖੜ੍ਹੀਆਂ ਕੁੜੀਆਂ ਨੂੰ ਵੇਖ ਕੇ ਉਹਨਾਂ ਪ੍ਰਤੀ ਮਾੜਾ ਸੋਚਣਾ, ਪਤਨੀ ਦਾ ਆ ਕੇ ਉਹਨਾਂ ਕੁੜੀਆਂ ਨੂੰ ਪਛਾਣ ਲੈਣਾ, ਅਸਲੀਅਤ ਦਾ ਨਿਤਾਰਾ ਆਦਿ ਘਟਨਾਵਾਂ ਨਿਸ਼ਚਿਤ ਭਾਵਪੂਰਕ ਵਿਧੀ ਨਾਲ ਪਰੋਈਆਂ ਗਈਆਂ ਹਨ। ਕਹਾਣੀ ਵਿੱਚ ਕਹਾਣੀ ਸੁਣਾਉਣ ਦੀ ਵਿਧੀ ਨਾਲ ਪਲਾਟ ਹੋਰ ਵੀ ਯਥਾਰਥ ਹੋ ਜਾਂਦਾ ਹੈ। ਜਦੋਂ ਕਹਾਣੀਕਾਰ ਦੀ ਪਤਨੀ ਵੀ ਉਸਨੂੰ ਕਹਾਣੀ ਸੁਣਾਉਂਦੀ ਹੈ। ਕਹਾਣੀ ਦਾ ਆਦਿ ਮੱਧ ਅੰਤ ਰੋਚਕ ਤੇ ਪ੍ਰਭਾਵਸ਼ਾਲੀ ਹੈ। ਇਸ ਤਰ੍ਹਾਂ ਕਹਾਣੀ ਵਿੱਚ ਸਮੇਂ, ਸਥਾਨ ਅਤੇ ਪ੍ਰਭਾਵ ਦੀ ਏਕਤਾ ਨੂੰ ਪੂਰੀ ਤਰ੍ਹਾਂ ਨਾਲ ਕਾਇਮ ਰੱਖਿਆ ਗਿਆ ਹੈ। ਇਸ ਕਹਾਣੀ ਦਾ ਪਲਾਟ ਬਹੁਤ ਹੀ ਰੋਚਕ ਅਤੇ ਪ੍ਰਭਾਵਸ਼ਾਲੀ ਰਿਹਾ ਹੈ। ਸ਼ਿਰਨੀਆਂ ਕਹਾਣੀ ਦਾ ਸਾਡੇ ਸਮਾਜ ਉੱਪਰ ਕੀ ਪ੍ਰਭਾਵ ਪਿਆ? ਸ਼ਿਰਨੀਆਂ ਕਹਾਣੀ ਸਾਡੇ ਸਮਾਜ ਦੀ ਸੋਚ ਅਤੇ ਵਿਚਾਰ ਦਾ ਲੇਖਾ ਜੋਖਾ ਹੈ। ਇਸ ਵਿੱਚ ਸਾਨੂੰ ਕੁੜੀਆਂ ਦੀ ਬਹਾਦਰੀ ਦਾ ਵਰਣਨ ਮਿਲਦਾ ਹੈ।
ਕੁੜੀਆਂ ਨੂੰ ਸਮਾਜ ਵਿੱਚ ਬਹੁਤ ਸਾਰੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਹਾਣੀ ਤੋਂ ਸਾਡੀ ਯੁਵਾ ਪੀੜ੍ਹੀ ਨੂੰ ਬਹੁਤ ਸਾਰੀ ਨਵੀਂ ਹਿੰਮਤ ਮਿਲਦੀ ਹੈ। ਇਸ ਦੌਰਾਨ ਸਮਾਜ ਦੀਆਂ ਕਈ ਕੁਰੀਤੀਆਂ ਦਾ ਅੰਤ ਹੋਇਆ ਹੈ। ਕਈ ਕੁੜੀਆਂ ਨੇ ਹਿੰਮਤ ਵਿਖਾ ਕੇ ਆਪਣੇ ਜੀਵਨ ਦਾ ਨਵਾਂ ਮੁੱਢ ਬਣਾਇਆ ਹੈ। ਇਸ ਕਰਕੇ ਉਹ ਸ਼ੇਰਨੀਆਂ ਕਹਾਣੀਆਂ ਸਾਡੇ ਸਮਾਜ ਦਾ ਲੇਖਾ ਜੋਖਾ ਹੈ। ਲੇਖਕ ਬਾਰੇ ਲਿਖਿਆ ਹੈ। ਲੇਖਕ ਕੌਣ ਹੈ? ਕੁਲਵੰਤ ਸਿੰਘ ਵਿਰਕ। ਜੀਵਨ ਕਾਲ 1921 ਤੋਂ 1987। ਵਿੱਦਿਆ MA। ਕਿੱਤਾ ਸੂਚਨਾ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਤੋਂ ਰਿਟਾਇਰ। ਪ੍ਰਕਾਸ਼ਨ। ਹੋਰ ਪ੍ਰਕਾਸ਼ਨ ਕਿਹੜੇ ਹਨ? ਤੂੜੀ ਦੀ ਪੰਡ ਕਹਾਣੀ ਹੈ। ਨਵੇਂ ਲੋਕ, ਛਾਂ ਵੇਲਾ, ਆਕਾਸ਼, ਧਰਤੀ ਤੇ ਆਕਾਸ਼, ਏਕਮ ਕੇ ਹਮ ਬਾਰਿਸ਼, ਦੁੱਧ ਦਾ ਛੱਪੜ, ਇਹ ਸਾਰੇ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਹਨ, ਪ੍ਰਕਾਸ਼ਨ ਹਨ। ਸਨਮਾਨ। ਸਾਹਿਤ ਅਕਾਦਮੀ ਅਵਾਰਡ ਮਿਲਿਆ। ਸ਼੍ਰੋਮਣੀ ਸਾਹਿਤਕਾਰ ਅਵਾਰਡ ਪੰਜਾਬ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਲੇਖਕ ਦਾ ਕਥਨ ਕੀ ਹੈ ਇਸ ਕਹਾਣੀ ਬਾਰੇ? ਲੇਖਕ ਆਖਦਾ ਹੈ ਕਿ ਮੈਂ ਕਰਨਾਲ ਤੋਂ ਅੰਬਾਲੇ ਵੱਲ ਨੂੰ ਬੱਸ ਵਿੱਚ ਜਾ ਰਿਹਾ ਸਾਂ। ਕੁਝ ਮੀਲ ਚੱਲ ਕੇ ਬੱਸ ਰੁਕੀ। ਇੱਕ 18-20 ਸਾਲ ਦੀ ਕੁੜੀ ਉਤਰੀ। ਉਸਦੇ ਕੋਲ ਇੱਕ ਬਾਲਟੀ ਸੀ। ਸ਼ਾਇਦ ਕੋਈ ਗਠੜੀ ਜਾਂ ਟਰੰਕ ਵੀ ਹੋਵੇ, ਪਰ ਬਾਲਟੀ ਨੇ ਮੇਰਾ ਬਹੁਤ ਧਿਆਨ ਖਿੱਚਿਆ। ਉਸ ਵਿੱਚ ਕੁਝ ਰਿੰਨਣ ਪਕਾਉਣ ਦਾ ਸਮਾਨ, ਖਾਣ ਵਾਲੇ ਭਾਂਡੇ ਵੀ ਸਨ। ਉਸ ਨਾਲ ਹੋਰ ਕੋਈ ਨਹੀਂ ਸੀ। ਦਿਨ ਸੋਮਵਾਰ ਸੀ। ਸਕੂਲਾਂ ਦੀਆਂ ਛੁੱਟੀਆਂ ਮੁੱਕੀਆਂ ਸਨ। ਮੈਂ ਆਪ ਵੀ ਐਤਵਾਰ ਦੀ ਛੁੱਟੀ ਕਰਨਾਲ ਕੱਟ ਕੇ ਵਾਪਸ ਅੰਬਾਲੇ ਜਾ ਰਿਹਾ ਸਾਂ। ਮੈਂ ਸਮਝ ਗਿਆ ਕਿ ਇਹ ਕੁੜੀ ਇੱਥੇ ਕਿਸੇ ਪਿੰਡ ਮਾਸਟਰਨੀ ਹੈ। ਕਰਨਾਲ ਆਪਣੇ ਘਰ ਛੁੱਟੀਆਂ ਕੱਟ ਕੇ ਮੁੜ ਸਕੂਲ ਜਾ ਰਹੀ ਹੈ। ਉਸ ਕੁੜੀ ਨੇ ਸਾਰਾ ਸਮਾਨ ਸੰਭਾਲ ਕੇ ਚੁੱਕਿਆ ਹੋਇਆ ਖੇਤਾਂ ਵਿੱਚੋਂ ਦੀ ਵੱਟੋ ਵੱਟ ਤੁਰੀ ਕਿਸੇ ਪਿੰਡ ਵੱਲ ਨੂੰ ਟੁਰ ਪਈ। ਮੇਰੇ ਉੱਤੇ ਇਸ ਗੱਲ ਦਾ ਚੋਖਾ ਅਸਰ ਹੋਇਆ। ਉਸ ਕੁੜੀ ਨੂੰ ਦੇਖ ਕੇ ਲੇਖਕ ਆਖਦਾ ਹੈ ਕਿ ਮੇਰੇ ਉੱਪਰ ਇਸ ਗੱਲ ਦਾ ਚੋਖਾ ਅਸਰ ਹੋਇਆ। ਕਿਸੇ ਬਾਹਰ ਦੀ ਕੁੜੀ ਦਾ ਪਿੰਡ ਦੇ ਖੇਤਾਂ ਵਿੱਚੋਂ ਦੀ ਟੁਰ ਕੇ ਇਕੱਲੇ ਲੰਘਣਾ ਤੇ ਫਿਰ ਇੱਕ ਓਪਰੇ ਪਿੰਡ ਵਿੱਚ ਰਾਤ ਦਿਨ ਕੱਟਣਾ, ਉੱਥੇ ਰਹਿਣਾ ਬੜੀ ਬਹਾਦਰੀ ਵਾਲੀ ਗੱਲ ਹੈ। ਇਸ ਗੱਲ ਨੂੰ 2-3 ਸਾਲ ਲੰਘ ਗਏ। ਅੰਬਾਲਾ ਤੋਂ ਬਦਲ ਕੇ ਮੈਂ ਜਲੰਧਰ ਆ ਗਿਆ। ਇੱਥੇ ਮਾਡਲ ਟਾਊਨ ਵਿੱਚ ਬਹੁਤ ਵੱਡੀ ਗਰਾਊਂਡ ਹੈ, ਜਿਸ ਨੂੰ ਦੁਸਹਿਰਾ ਗਰਾਊਂਡ ਆਖਦੇ ਹਨ। ਰਾਤ ਦੇ ਹਨੇਰੇ ਮੈਂ ਉਸ ਵਿੱਚ ਭੌਣ ਚਲਾ ਗਿਆ। ਕੁਝ ਚਿਰ ਪਿੱਛੋਂ ਮੈਂ ਇੱਕ ਦਰੱਖਤ ਹੇਠ ਧਿਆਨ ਮਾਰਿਆ ਤਾਂ 2 ਕੁੜੀਆਂ ਉਸ ਦਰੱਖਤ ਹੇਠ ਖਲੋਤੀਆਂ ਸਨ। ਉਹਨਾਂ ਕੋਲ ਇੱਕ ਸਾਈਕਲ, 2 ਸਾਈਕਲ ਸਨ। ਪਿੱਛੋਂ ਮੈਨੂੰ ਖਿਆਲ ਆਇਆ ਕਿ ਉਹ ਕਰਨਾਲ ਵਾਲੀ ਬਹਾਦਰ ਮਾਸਟਰਨੀ ਇਸ ਸਾਈਕਲ ਸਿੱਖਣ ਵਾਲੀ ਗੱਲ ਨਾਲ ਜੋੜੀ ਜਾ ਸਕਦੀ ਹੈ। ਜੋ ਉਹ ਕੁੜੀ ਸੀ ਮਾਸਟਰਨੀ, ਉਸਦੀ ਬਹਾਦਰੀ ਨੂੰ ਇਸ ਸਾਈਕਲ ਵਾਲੀ ਗੱਲ ਨਾਲ ਜੋੜਨ ਦਾ ਲੇਖਕ ਨੂੰ ਖਿਆਲ ਆਇਆ। ਇਸ ਤਰ੍ਹਾਂ ਜੋੜਨ ਨਾਲ ਇੱਕ ਵਧੀਆ ਕਹਾਣੀ ਬਣ ਜਾਂਦੀ ਸੀ ਤੇ ਮੈਂ ਝਟਪਟ ਇਸ ਨੂੰ ਲਿਖਣ ਬੈਠ ਗਿਆ। ਮੇਰੀ ਵਹੁਟੀ ਗਰਾਊਂਡ ਵਿੱਚ ਮੇਰੇ ਨਾਲ ਨਹੀਂ ਸੀ। ਉਹ ਕੁੜੀਆਂ ਨਾਲ ਗੱਲਾਂ ਕਰਨ ਲਈ, ਫਿਰੋਜ਼ਪੁਰ ਵਾਲੀ ਗੱਲ ਦੱਸਣ ਲਈ ਨਾਲ ਰੱਖ ਲਈ ਸੀ।